ਹੈਲੋ ਡੀਅਰ ਫਰੈਂਡਸ, ਇਸ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਵੀਡੀਓ ਵਿੱਚ ਅਸੀਂ ਅੱਜ ਪ੍ਰੀਵੀਅਸ ਐਗਜ਼ਾਮ ਪੇਪਰ 2015 ਦਾ ਜਿਹੜਾ ਮਾਡਲ ਪ੍ਰੈਕਟਿਸ ਪੇਪਰ ਆ ਉਹਨੂੰ ਸੋਲਵ ਕਰਾਂਗੇ। ਸੋ ਇਹ ਪੇਪਰ 2 ਸੋਸ਼ਲ ਸਟੱਡੀ ਦਾ, ਠੀਕ ਹੈ। ਇਹਦੇ ਵਿੱਚ ਫਸਟ ਪਾਰਟ ਕੀ ਹੋਏਗਾ? ਸੈਕਸ਼ਨ A ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ, ठीक है। 1 ਤੋਂ ਲੈ ਕੇ 30 ਇਹਦੇ ਕੁਐਸਚਨਸ ਹੋਣਗੇ। ਸੋ ਫਸਟ ਪਾਰਟ ਨੂੰ ਦੇਖਦੇ ਹਾਂ ਆਪਾਂ। ਫਸਟ ਕੁਐਸਚਨ ਦੇ ਵਿੱਚ ਕੀ ਆ? ਹੇਠ ਲਿਖਿਆ ਨਾਮ ਜੁੱਟਾਂ ਵਿੱਚੋਂ ਕਿਹੜੇ ਜੁੱਟ ਵਿੱਚ ਦੋ ਨਾਮ ਗੈਸਟਾਲਟ ਮਨੋਵਿਗਿਆਨ ਨਾਲ ਸੰਬੰਧਿਤ ਹਨ? ਹੇਠ ਲਿਖਿਆਂ ਵਿੱਚੋਂ ਕਿਹੜੇ ਨਾਮ ਜੁੱਟਾਂ ਵਿੱਚੋਂ ਜਿਹੜੇ ਦੋ ਨਾਮ ਹੈਗੇ ਆ ਉਹ ਗੈਸਟਾਲਟ ਮਨੋਵਿਗਿਆਨ ਨਾਲ ਸੰਬੰਧਿਤ ਹਨ, ਠੀਕ ਹੈ। ਨਾਮ ਦੇ ਜਿਹੜੇ ਉਹ ਪੇਅਰਸ ਦਿੱਤੇ ਹੋਏ ਹਨ, ਜੁੱਟ ਦਿੱਤੇ ਆ, ਇਹਨਾਂ ਵਿੱਚੋਂ ਕਿਹੜੇ ਉਹ ਗੈਸਟਾਲਟ ਜਿਹੜਾ ਮਨੋਵਿਗਿਆਨ ਸੀਗਾ ਉਹਦੇ ਨਾਲ ਸੰਬੰਧਿਤ ਸੀ। ਸੋ ਸਾਡਾ ਆਨਸਰ ਇਹਦਾ ਕੀ ਰਹੇਗਾ? ਆਪਸ਼ਨ ਨੰਬਰ A ਕਾਫਕਾ, ਵੁੰਡ, ਵਾਟਸਨ ਤੇ ਕੋਹਲਰ। ਸਾਡਾ ਆਨਸਰ ਕੀ ਰਹੇਗਾ? ਆਪਸ਼ਨ ਨੰਬਰ A। ਸੋ ਨੈਕਸਟ ਕੁਐਸਚਨ ਨੰਬਰ 2 ਇੰਟਰਾ ਇੰਡੀਵਿਜੂਅਲ ਡਿਫਰੈਂਸਿਸ ਸੰਕਲਪ ਤੋਂ ਕੀ ਭਾਵ ਹੈ? ਕੁਐਸਚਨ ਨੰਬਰ 2 ਇਹਦਾ ਕੀ ਆਨਸਰ ਹੋਵੇਗਾ? ਆਪਸ਼ਨ ਨੰਬਰ A ਕਿਸੇ ਵਿਅਕਤੀ ਦੇ ਵੱਖ-ਵੱਖ ਗੁਣਾਂ ਵਿੱਚ ਭਿੰਨਤਾ। ਇੰਟਰਾ ਇੰਡੀਵਿਜੂਅਲ ਜਿਹੜਾ ਡਿਫਰੈਂਸ ਹੈ ਉਹਦਾ ਕੀ ਮਤਲਬ ਹੈ ਕਿ ਵੱਖ-ਵੱਖ ਵਿਅਕਤੀਆਂ ਦੇ ਜਿਹੜੇ ਗੁਣ ਆ ਉਹ ਉਹਨਾਂ ਵਿੱਚ ਵੱਖ-ਵੱਖ ਭਿੰਨਤਾ ਹੁੰਦੀ ਹੈ, ਗੁਣਾਂ ਵਿੱਚ ਵੀ ਭਿੰਨਤਾ ਹੁੰਦੀ ਹੈ, ਠੀਕ ਹੈ। ਸਾਰਿਆਂ ਵਿੱਚ ਸੇਮ ਗੁਣ ਨਹੀਂ ਹੁੰਦੇ। ਸੋ ਨੈਕਸਟ ਕੁਐਸਚਨ, ਆਖਿਰ ਨੂੰ ਸਕੂਲ ਪ੍ਰੋਗਰਾਮ ਦੀ ਪ੍ਰਭਾਵਪੂਰਵਕਤਾ ਦਾ ਬੱਚੇ ਉੱਤੇ ਪ੍ਰਭਾਵ ਕਿਸ ਤੇ ਨਿਰਭਰ ਕਰਦਾ ਹੈ? ਆਖਿਰ ਨੂੰ ਸਕੂਲ ਪ੍ਰੋਗਰਾਮ ਦੀ ਪ੍ਰਭਾਵਪੂਰਵਕਤਾ ਦਾ ਬੱਚੇ ਉੱਤੇ ਪ੍ਰਭਾਵ ਕਿਸ ਤੇ ਨਿਰਭਰ ਕਰਦਾ ਹੈ? ਆਪਸ਼ਨ ਨੰਬਰ A ਨਿਰੀਖਣ ਅਤੇ ਚੈਕਿੰਗ ਦੀ ਪ੍ਰਭਾਵਪੂਰਵਕਤਾ। ਆਪਸ਼ਨ B ਕਮਿਊਨਿਟੀ ਦੇ ਭਾਗੀਦਾਰ ਅਤੇ ਸਹਿਯੋਗਤਾ। ਨੰਬਰ C ਅਧਿਆਪਕ ਦੀ ਯੋਗਤਾ। ਨੰਬਰ D ਪਾਠਕ੍ਰਮ ਦਾ ਢੁਕਵਾਂਪਣ। ਸੋ ਸਾਡਾ ਆਨਸਰ ਕੀ ਹੋਵੇਗਾ? ਅਧਿਆਪਕ ਦੀ ਯੋਗਤਾ। ਜਿਹੜਾ ਸਕੂਲ ਦਾ ਜਿਹੜੇ ਸਕੂਲ ਦੇ ਪ੍ਰੋਗਰਾਮ ਦੀ ਪ੍ਰਭਾਵਤਾ ਦਾ ਜਿਹੜਾ ਬੱਚੇ ਉੱਤੇ ਜਿਹੜਾ ਪ੍ਰਭਾਵ ਪੈਂਦਾ ਹੈ ਉਹ ਕਿਸ ਉੱਤੇ ਨਿਰਭਰ ਕਰਦਾ ਹੈ? ਅਧਿਆਪਕ ਦੀ ਯੋਗਤਾ ਉੱਤੇ ਨਿਰਭਰ ਕਰਦਾ ਹੈ। ਸੋ ਨੈਕਸਟ ਕੁਐਸਚਨ ਨੰਬਰ 4 ਦੋ ਵਿਗਿਆਨ ਜਿਹੜੇ ਸਿੱਖਿਆ ਉੱਤੇ ਵੱਡੇ ਪੱਧਰ ਤੇ ਹਾਵੀ ਹਨ। ਦੋ ਵਿਗਿਆਨ ਅਜਿਹੇ ਹਨ ਜਿਹੜੇ ਸਿੱਖਿਆ ਪੱਧਰ ਉੱਤੇ ਹਾਵੀ ਹਨ, ਉਹ ਕਿਹੜੇ ਹਨ? ਆਪਸ਼ਨ ਨੰਬਰ A ਮਨੋਵਿਗਿਆਨ ਅਤੇ ਸਮਾਜ ਵਿਗਿਆਨ, ਜੀਵ ਵਿਗਿਆਨ ਤੇ ਮਨੋਵਿਗਿਆਨ, ਮਨੋਵਿਗਿਆਨ ਅਤੇ ਮਾਨਵ ਵਿਗਿਆਨ। ਆਪਸ਼ਨ ਨੰਬਰ D ਜੀਵ ਵਿਗਿਆਨ ਅਤੇ ਸਮਾਜ ਵਿਗਿਆਨ। ਕਿਹੜੇ ਦੋ ਵਿਗਿਆਨ ਹਨ ਜਿਹੜੇ ਸਿੱਖਿਆ ਉੱਤੇ ਵੱਡੇ ਪੱਧਰ ਤੇ ਹਾਵੀ ਹਨ? ਜੀਵ ਵਿਗਿਆਨ ਅਤੇ ਮਨੋਵਿਗਿਆਨ ਅਜਿਹੇ ਦੋ ਵਿਗਿਆਨ ਹਨ ਜਿਹੜੇ ਸਿੱਖਿਆ ਉੱਤੇ ਵੱਡੇ ਪੱਧਰ ਤੇ ਹਾਵੀ ਹਨ। ਆਪਸ਼ਨ ਨੰਬਰ B। ਕੁਐਸਚਨ ਨੰਬਰ 4 ਦਾ ਆਨਸਰ ਹੈਗਾ ਆਪਸ਼ਨ ਨੰਬਰ B। ਕੁਐਸਚਨ ਨੰਬਰ 5 ਹੇਠ ਲਿਖਿਆਂ ਵਿੱਚੋਂ ਕਿਹੜੇ ਤੱਤ ਗਰੁੱਪ ਸੰਗਠਨ ਨੂੰ ਪ੍ਰਭਾਵਿਤ ਨਹੀਂ ਕਰਦੇ? ਹੇਠ ਲਿਖਿਆਂ ਵਿੱਚੋਂ ਕਿਹੜੇ ਤੱਤ ਗਰੁੱਪ ਸੰਗਠਨ ਨੂੰ ਪ੍ਰਭਾਵਿਤ ਨਹੀਂ ਕਰਦੇ? ਸੁਰੱਖਿਆ ਅਤੇ ਮਾਨਤਾ ਦੀ ਇੱਛਾ, ਵਾਤਾਵਰਣ ਅਤੇ ਹਮ ਉਮਰ ਹੋਣਾ, ਸਾਂਝਾ ਨੈਤਿਕ ਪੱਧਰ। ਆਪਸ਼ਨ ਨੰਬਰ D ਉਪਰੋਕਤ ਵਿੱਚੋਂ ਕੋਈ ਨਹੀਂ। ਉਪਰੋਕਤ ਵਿੱਚੋਂ ਕੋਈ ਨਹੀਂ। ਸੋ ਇਹਦਾ ਆਨਸਰ ਕੀ ਹੋਵੇ? ਕਿਹੜਾ ਇਹਨਾਂ ਵਿੱਚੋਂ ਕਿਹੜਾ ਗਰੁੱਪ ਜਿਹੜਾ ਗਰੁੱਪ ਸੰਗਠਨ ਨੂੰ ਪ੍ਰਭਾਵਿਤ ਕਰਦਾ ਹੈ? ਇਹਨਾਂ ਵਿੱਚੋਂ ਕੋਈ ਨਹੀਂ। ਆਪਸ਼ਨ ਨੰਬਰ D।
ऑप्शन नंबर डी इन्हां विचों कोई नहीं। ग्रुप ਬਣਤਰ ਨੂੰ ਜਾਂਚਣ ਦਾ ਆਮ ਮਾਪ। ग्रुप ਬਣਤਰ ਨੂੰ ਜਾਂਚਣ ਦਾ ਆਮ ਮਾਪ। ग्रुप ਨੂੰ ਕਿਵੇਂ ਮਾਪ ਸਕਦੇ ਹਾਂ? सोशियोग्राम, नंबर 2 सोशियो ड्रामा, नंबर 3 ग्रुप रेटिंग स्केल, नंबर डी कुदरती हालातां विच ग्रुप दा निरीखण। ਜਿਹੜਾ ਗਰੁੱਪ ਦੀ ਬਣਤਰ ਆ ਉਹਨੂੰ ਕਿਵੇਂ ਜਾਂਚ ਸਕਦੇ ਹਾਂ? ਜਾਂਚਣ ਦਾ ਜਿਹੜਾ ਆਮ ਮਾਪ ਉਹ ਕੀ ਹੈ? ਆਪਸ਼ਨ ਨੰਬਰ ਏ ਸੋਸ਼ੀਓਗ੍ਰਾਮ। ਸੋ ਕੁਐਸਚਨ ਨੰਬਰ 7 ਪ੍ਰਤਿਭਾਸ਼ਾਲੀ ਬੱਚਿਆਂ ਤੇ ਵਿਸਤ੍ਰਿਤ ਖੋਜ ਕਿਸਨੇ ਕੀਤੀ? ਪ੍ਰਤਿਭਾਸ਼ਾਲੀ ਬੱਚਿਆਂ ਤੇ ਵਿਸਤ੍ਰਿਤ ਖੋਜ ਕਿਸਨੇ ਕੀਤੀ? प्रतिभाशाली बच्चों ते ल्यूस टर्मन, नंबर बी सैमुअल ए किर्क, नंबर सी मॉन्टेसोरी, नंबर डी गैलेगर। ठीक है, नंबर ए ल्यूस टर्मन, नंबर बी हैगा सैमुअल ए किर्क, नंबर सी मॉन्टेसोरी, नंबर डी गैलेगर। प्रतिभाशाली बच्चों ते विस्तृत खोज किसने की? सो साडा आंसर की होवेगा? ऑप्शन नंबर ए ल्यूस टर्मन। ल्यूस टर्मन ऑप्शन नंबर ए। क्वेश्चन नंबर 8 जॉन ड्यूई दे विचार किस सिक्ख्या ते जोर दिंदे हन? जॉन ड्यूई दे विचार किस सिक्ख्या उत्ते जोर दिंदे हन? ऑप्शन नंबर ए ज्ञान एक शक्ति वजों, नंबर बी सिक्ख्या जिंदगी दी तैयारी लई, नंबर सी ज्ञान लई ज्ञान, नंबर डी सिक्ख्या ही जिंदगी है। जिहड़ी जॉन ड्यू दे विचार किस सिक्ख्या उत्ते जोर दिंदे सन? ऑप्शन नंबर डी कहंदे सी कि सिक्ख्या ही जिंदगी है। सो साडा राइट आंसर की होवेगा? ऑप्शन नंबर डी सिक्ख्या ही जिंदगी है। क्वेश्चन नंबर 9 क्वेश्चन नंबर 9 हावर्ड गार्डनर ने दे बहुपक्षी बुद्धि दे सिद्धांत अनुसार हेठ लिखे कथनां विचों किहड़ा सही है? हावर्ड गार्डनर दे बहुपक्षी बुद्धि दे सिद्धांत हेठ लिखे किस कथनां विचों किहड़ा ठीक है? ऑप्शन नंबर ए बुद्धि इकारी होंद है होंद नहीं, बुद्धियां एक दूसरे ते निर्भर हन, ऑप्शन नंबर बी बुद्धियां एक दूसरे ते निर्भर हन, ਵੱਖ-ਵੱਖ ਤਰ੍ਹਾਂ ਦੀਆਂ ਬੁੱਧੀਆਂ ਇੱਕ ਦੂਸਰੇ ਤੇ ਅਸਰ ਪਾਉਂਦੀਆਂ ਅਤੇ ਇਕੱਠਿਆਂ ਕੰਮ ਕਰਦੀਆਂ ਹਨ। ਉਪਰੋਕਤ ਸਾਰੇ ਹੀ ਇਹਨਾਂ ਵਿੱਚੋਂ ਕੀ ਆਨਸਰ ਹੋਵੇਗਾ? ਜਿਹੜਾ ਬਹੁਪੱਖੀ ਬੁੱਧੀ ਦਾ ਸਿਧਾਂਤ, ਠੀਕ ਆ, ਉਹਨਾਂ ਵਿੱਚੋਂ ਕਿਹੜਾ ਕਥਨ ਸਹੀ ਹੈ? ਕੁਐਸਚਨ ਨੰਬਰ 9 ਇਹਦਾ ਆਨਸਰ ਕੀ ਹੋਵੇਗਾ? ऑप्शन नंबर डी उपरोक्त सारे। ठीक है, ਜਿਹੜੇ ਸਾਰੇ ऑप्शन ਦਿੱਤੇ ਹੋਏ ਹਨ ਇਹ ਸਾਰੇ ਹੀ ਕਰੈਕਟ ਹਨ। क्वेश्चन नंबर 10 ਭਾਰਤ ਵਿੱਚ ਅਪੰਗ ਬੱਚਿਆਂ ਦੀ ਰਾਸ਼ਟਰੀ ਨੀਤੀ ਕਦੋਂ ਬਣੀ ਸੀ? ਭਾਰਤ ਵਿੱਚ ਅਪੰਗ ਬੱਚਿਆਂ ਲਈ ਜਿਹੜੀ ਉਹ ਰਾਸ਼ਟਰੀ ਨੀਤੀ ਸੀਗੀ ਕਦੋਂ ਬਣੀ ਸੀ? 1986 ਵਿੱਚ, ऑप्शन नंबर बी 1968 विच, ऑप्शन नंबर सी 2006 विच, ऑप्शन नंबर डी 2000 विच। कदों अपंग बच्चों ਲਈ राष्ट्रीय नीति बनी सीगी? 2006 विच, ऑप्शन नंबर सी। ऑप्शन नंबर सी 2006 विच। एक्सटेंशन कदों वापरदी है? क्वेश्चन नंबर 11 एक्सटेंशन कदों वापरदी है? नंबर ए जीव दा कुदरती अनुक्रिया विच प्रबलन होना ना होना, नंबर बी ऑप्शन नंबर बी जदों अनुकूलन उत्तेजना नाल प्रबलन
सम्मिलित ना होवे। नंबर सी उत्तेजना नाल इनाम प्राप्ति ना जुड़ी होवे। नंबर 4 अनुकूलन अनुक्रिया दा प्रबलन ना होना। एक्सटेंशन कदों वापरदी है? साडा आंसर की होवेगा, राइट ऑप्शन की होवेगी ऑप्शन नंबर डी अनुकूलन अनुक्रिया दा प्रबलन ना होना। क्वेश्चन नंबर 12 प्रबलन सारनी जो कि सब तो घट नतीजे दिखाउंदी है। प्रबलन सारनी जो कि सब तो घट नतीजे दिखाउंदी है। ऑप्शन नंबर ए निश्चित वित्त सारनी, नंबर बी निश्चित अनुपात सारनी, नंबर सी अस्थिर अनुपात सारनी, नंबर डी अस्थिर वित्त सारनी। सो राइट ऑप्शन की होवेगी ऑप्शन नंबर ए निश्चित वित्त सारनी। प्रबलन जिहड़ी सारनी आ जिहड़ी सब तो घट निश्चय विखाउंदी है वो किहड़ी हुंदी है? निश्चित वित्त सारनी। सो नैक्सट क्वेश्चन देखते हैं, क्वेश्चन नंबर 13। क्वेश्चन नंबर 13 डिफरेंशियल इनहिबिशन तत्व किस नाल संबंधित है? डिफरेंशियल इनहिबिशन तत्व किस नाल संबंधित है? ऑप्शन नंबर ए सुभाविक पुनर्प्राप्ति, नंबर बी प्रयोगिक निर्वाण, नंबर सी वखरेवा करना सीखना, नंबर डी उपरोक्त विचों कोई नहीं। सो राइट आंसर की होवेगा ऑप्शन नंबर सी वखरेवा करना सीखना। वखरेवा करना सीखना। क्वेश्चन नंबर 14 जिउंदे रहन दी जरूरत प्रणाली नूं प्रेरित करदी है। जिउंदे रहन दी जिहड़ी जरूरत है प्राणी नूं की प्रेरित करदी है? नंबर ए दुखदाई अनुभवां नूं बेध्यान करन लई, नंबर बी सरीरक लोड़ां दी पूर्ति लई, नंबर सी सन्मान अते मानता लैण लई, नंबर डी आनंद प्राप्त करन लई। जिहड़ी जिउंदे रहण दी जरूरत है प्राणी नूं की करन लई प्रेरित करदी है? जिहड़े सरीरक दीआं लोड़ां आ ओह उन्हां दी पूर्ति करन लई प्रेरित करदी है। सो साडा राइट आंसर की है ऑप्शन नंबर बी। ऑप्शन नंबर बी। क्वेश्चन नंबर 15 एक स्कूल जाण वाले बच्चे दा IQ टैसट लैण नाल किहड़ा मुख उद्देश पूरा हुंदा है? एक स्कूल जाण वाले बच्चे दा IQ टैसट लैण नाल किहड़ा मुख उद्देश पूरा हुंदा है? ऑप्शन ए स्कूल बच्चे नूं अपनी इच्छा दा पੱਧਰ हकीकत अनुसार रखण लई मददगार होना, बच्चे दी अगवाई करन हित रिकार्ड रखण वास्ते, बच्चे दे वाजिब उम्मीदां रखण लई अध्यापक दी मदद करन लई, मापियां नूं बच्चियां दीआं सीमावां बारे जानकारी देण हित। ठीक है, साडा इहदा की IQ टैसट लैण दा मुख उद्देश की होवेगा? 15 का आंसर की होवेगा ऑप्शन नंबर सी बच्चे तो वाजिब उम्मीदां रखण लई अध्यापक दी मदद करन लई जिहड़ा IQ टैसट दा मुख उद्देश हुंदा है। IQ टैसट लैण नाल ये हैल्प मिलदी है। सो क्वेश्चन नंबर 16 दो लड़कियां दा IQ 120 है, इस तो की सिट्टा कटदे हाँ। दो लड़कियां दा IQ 120 है, इस तो की सिट्टा कटदे हाँ। ऑप्शन नंबर ए लड़कियां दी मानसिक उम्र बराबर है, नंबर बी दोनों लड़कियां दे मापे औसत बुद्धि तो उपर हन, दोनों लड़के अकादमिक प्रदर्शन विच सफल होणगे, नंबर डी उपरोक्त कोई भी पक्के तौर ते ठीक नहीं कहा जा सकता। ठीक है, इहदे विच की है लड़कियां दे जिहड़ा IQ है, दो लड़कियां दा IQ है वो हैगा 120 120 है, इस तो की सिट्टा कटदे आ। साडा राइट आंसर की होवेगा
ऑप्शन नंबर डी। ऑप्शन नंबर डी कि उपरोक्त विचों कोई भी पक्के तौर ते नहीं कुछ कहा जा सकता। ठीक है। क्वेश्चन नंबर 17। क्वेश्चन नंबर 17 ब्रेन स्टॉर्मिंग तकनीक जरूरी तौर ते वरती जाती है। ब्रेन स्टॉर्मिंग जिहड़ी टैकनीक आ वो कित्थे वरती जाती है? नंबर ए आम मानसिक योग्यता विकसित करन लई, केंद्र मुखी सोच नूं प्रफुल्लित करन लई, गतिविधियां विच रुचि वधाउण लई, रचनात्मकता विच उत्सुकता वधाउण लई। ठीक है। किहदे लई ये तकनीक वरती जाती आ? इहदा राइट आंसर की होवेगा? ऑप्शन नंबर डी रचनात्मकता विच उत्सुकता वधाउण लई ब्रेन स्टॉर्मिंग तकनीक जिहड़ी जरूरी तौर ते वरती जाती है। क्वेश्चन नंबर 18 जीन पियाजे ने बच्चे दे विकास संबंधी अपनी बुद्धि नूं स्पष्ट तौर ते कहा है। जिहड़े जीन पियाजे ने बच्चे दे विकास संबंधी जिहड़ी अपनी बुद्धि नूं स्पष्ट तौर ते की कहा है? ऑप्शन नंबर ए विकासवादी, नंबर बी विज्ञानिक, नंबर 3 अनुवंशक ज्ञान मीमांसा, नंबर डी जैविक। सो 18 का साडा आंसर की होवेगा? ऑप्शन नंबर सी अनुवंशक ज्ञान मीमांसा। ऑप्शन नंबर सी। क्वेश्चन नंबर 19 हेठ लिखे विशेषणां विचों किहड़ा वधिया अनुशासन नूं दर्शाउंदा है? हेठ लिखे विशेषणां विचों किहड़ा वधिया अनुशासन नूं दर्शाउंदा है? ऑप्शन नंबर ए इकसार, नंबर बी विकासी, नंबर सी सोधमई, नंबर डी रोकमई। किहड़ा विशेषणां विचों वधिया अनुशासन नूं दर्शाउंदा है? ऑप्शन नंबर बी विकासी। ऑप्शन नंबर बी विकासी। किशोर अपने आप ਨੂੰ ਮਾਪਿਆਂ ਦੇ ਕੰਟਰੋਲ ਅਤੇ ਨਿਗਰਾਨੀ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰਦੇ ਹਨ। ਕਿਸ਼ੋਰ ਆਪਣੇ ਆਪ ਨੂੰ ਮਾਪਿਆਂ ਦੇ ਕੰਟਰੋਲ ਅਤੇ ਨਿਗਰਾਨੀ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰਦੇ ਹਨ ਕਿਉਂਕਿ ਉਹ ਆਪਸ਼ਨ ਨੰਬਰ ਏ ਨਿੱਜੀ ਤੌਰ ਤੇ ਪੂਰੀ ਆਜ਼ਾਦੀ ਪ੍ਰਾਪਤ ਕਰਨ ਵੱਲ ਸੇਧਿਤ ਹੁੰਦੇ ਹਨ। नंबर बी आम तौर ते माता पिता ਅਤੇ ਬੱਚਿਆਂ ਦੇ ਭੈੜੇ ਸੰਬੰਧਾਂ ਕਰਕੇ ਬਾਗੀ ਹੋ ਜਾਂਦੇ ਹਨ। ਆਪਸ਼ਨ ਨੰਬਰ ਸੀ ਕਿਉਂਕਿ ਉਹ ਆਜ਼ਾਦੀ ਪ੍ਰਾਪਤ ਕਰਨਾ ਚਾਹੁੰਦੇ ਹਨ ਪ੍ਰਾਪਤ ਕਰਨਾ ਅਤੇ ਆਪਣੇ ਸਮਾਜਿਕ ਸੰਬੰਧਾਂ ਦਾ ਆਨੰਦ ਲੈਣਾ ਚਾਹੁੰਦੇ ਹਨ। ਨੰਬਰ ਡੀ ਆਮ ਤੌਰ ਤੇ ਇਹ ਵਾਧੇ ਦੀ ਗਤੀ ਦੇ ਸੰਕੇਤ ਹਨ। ਠੀਕ ਹੈ। ਕੁਐਸਚਨ ਨੰਬਰ 20 ਦਾ ਰਾਈਟ ਆਨਸਰ ਕੀ ਹੋਵੇਗਾ? ਜਿਹੜੇ ਕਿਸ਼ੋਰ ਆਪਣੇ ਆਪ ਨੂੰ ਮਾਪਿਆਂ ਦੇ ਕੰਟਰੋਲ ਅਤੇ ਨਿਗਰਾਨੀ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰਦੇ ਹਨ ਕਿਉਂਕਿ ਉਹ ਆਪਸ਼ਨ ਨੰਬਰ ਡੀ ਕਿਉਂਕਿ ਉਹ ਆਮ ਤੌਰ ਤੇ ਇਹ ਵਾਧੇ ਦੀ ਗਤੀ ਦੇ ਸੰਕੇਤ ਹਨ। ਆਪਸ਼ਨ ਨੰਬਰ ਡੀ। ਕੁਐਸਚਨ ਨੰਬਰ 21 ਚਾਈਲਡ ਇਜ਼ ਫਾਦਰ ਆਫ ਮੈਨ ਕਥਨ ਤੇ ਹੇਠ ਲਿਖਿਆਂ ਵਿੱਚੋਂ ਕਿਸ ਤੇ ਜ਼ੋਰ ਦਿੱਤਾ ਹੈ? ਚਾਈਲਡ ਇਜ਼ ਫਾਦਰ ਆਫ ਮੈਨ ਕਥਨ ਤੇ ਹੇਠ ਲਿਖਿਆਂ ਵਿੱਚੋਂ ਕਿਸ ਤੇ ਜ਼ੋਰ ਦਿੱਤਾ ਹੈ? ਆਪਸ਼ਨ ਨੰਬਰ ਏ ਕਾਰਲ ਜੀ ਯੂੰਗ, ਨੰਬਰ ਬੀ ਸਿਗਮੰਡ ਫਰਾਇਡ, ਨੰਬਰ ਸੀ ਆਇਜ਼ਿੰਕ, ਨੰबर डी GW आलपोर्ट। सो राइट आंसर की होवेगा ऑप्शन नंबर बी। राइट आंसर की होवेगा ऑप्शन नंबर बी सिगमंड फ्राइड। सो नेक्स्ट क्वेश्चन, क्वेश्चन नंबर 22 माइंड इन सोसाइटी। माइंड इन सोसाइटी किताब दा लेखक कौन है? माइंड इन सोसाइटी किताब दा लेखक कौन है? पियाजे, नंबर बी कोलबर्ग, नंबर सी वाइगोत्स्की, नंबर डी बंदूरा। ਇਹਦਾ ਰਾਈਟ ਆਨਸਰ ਕੀ ਹੋਵੇਗਾ? ਆਪਸ਼ਨ ਨੰਬਰ ਸੀ ਵਾਈਗੋत्स्की।
दी जिहड़ी माइंड इन सोसाइटी जिहड़ी किताब आ उहदे लेखक ने। ऑप्शन नंबर सी। नेक्स्ट क्वेश्चन, क्वेश्चन नंबर 23, द मॉरल जजमेंट ऑफ द चाइल्ड किताब किसने लिखी? द मॉरल जजमेंट ऑफ चाइल्ड किताब किसने लिखी? नंबर ए जीन प्याजे, नंबर बी लॉरेंस कॉलबर्ग, नंबर सी एरिक्सन, नंबर डी हॉफमैन। सो इहदा राइट आंसर की होवेगा? ऑप्शन नंबर ए, जिहड़ी द मॉरल जजमेंट ऑफ द चाइल्ड किताब वो किने लिखी सी? जीन प्याजे ने। जीन प्याजे, ऑप्शन नंबर ए। ऑप्शन नंबर ए। नैक्सट क्वेश्चन 24, आम तौर ते बुद्धि नूं परिभाषित करन लई किस किस्म दी परिभाषा वरती जाती है? आम तौर ते बुद्धि नूं परिभाषित करन लई किस किस्म दी परिभाषा वरती जाती है? किस तरह की परिभाषा वरती जाती है? ऑप्शन नंबर बी कार्यशील। ऑप्शन नंबर बी कार्यशील। सो नेक्स्ट क्वेश्चन 25, विलियम वुंड ने किस यूनीवर्सिटी विच मनोविज्ञानिक प्रयोगशाला स्थापित की? विलियम वुंड ने किस प्रयोगशाला विच पहली मनोविज्ञानिक प्रयोगशाला स्थापित की? विलियम वुंड ने। ऑप्शन नंबर ए कैलिफोर्निया, नंबर बी मिशिगन, नंबर सी लियप्जिंग, नंबर डी हार्वर्ड। विलियम वुंड ने किस यूनीवर्सिटी विच पहली मनोविज्ञानिक प्रयोगशाला स्थापित की सी? क्वेश्चन नंबर 25, आंसर की होवेगा? ऑप्शन नंबर सी लियप्जिंग। ऑप्शन नंबर सी। नैक्सट क्वेश्चन 26, ਉਹ ਸਮਾਂ ਜਿਸ ਦੌਰਾਨ ਕਿਸੇ ਸਮੱਸਿਆ ਉੱਤੇ ਬਹੁਤਾ ਬਹੁਤਾ ਚੇਤੰਤ ਵਿਚਾਰ ਨਹੀਂ ਕੀਤਾ ਜਾਂਦਾ, ਉਹ ਸਮਾਂ ਜਿਸ ਦੌਰਾਨ ਕਿਸੇ ਸਮੱਸਿਆ ਉੱਤੇ ਬਹੁਤਾ ਚੇਤਨ ਵਿਚਾਰ ਨਹੀਂ ਕੀਤਾ ਜਾਂਦਾ। ਨੰਬਰ ਏ ਤਿਆਰੀ, ਨੰਬਰ ਬੀ ਇਨਕਿਊਬੇਸ਼ਨ, नंबर सी लिश्कार, नंबर डी तस्दीक। इन्हां विचों राइट आंसर की होवेगा? ऑप्शन नंबर बी इनक्यूबेशन। की होवेगा राइट आंसर? इनक्यूबेशन। सो नेक्स्ट क्वेश्चन, क्वेश्चन नंबर 27, ਹੇਠ ਲਿਖਿਆਂ ਵਿੱਚੋਂ ਕਿਸ ਪੱਖ ਵਿੱਚ ਗੈਲਸਟਾਲਟ ਮਨੋਵਿਗਿਆਨ ਦੁਆਰਾ ਜ਼ੋਰ ਨਹੀਂ ਦਿੱਤਾ ਗਿਆ? ऑप्शन नंबर ए ਸਮੁੱਚ, ਨੰਬਰ ਬੀ ਰੂਪਰੇਖਾ, ਨੰਬਰ ਸੀ ਕਾਰਜਸ਼ੀਲਤਾ ਦਾ ਖੇਤਰ, ਨੰਬਰ ਡੀ ਚੇਤਨ ਤਜਰਬਾ। ਇਹਦਾ ਰਾਈਟ ਆਨਸਰ ਕੀ ਹੋਵੇਗਾ? ऑप्शन नंबर ਸੀ ਕਾਰਜਸ਼ੀਲਤਾ ਦਾ ਖੇਤਰ। ਕਾਰਜਸ਼ੀਲਤਾ ਦਾ ਖੇਤਰ। ਜੇਕਰ ਜੀਨ ਪਿਆਜੇ ਨੇ ਤੁਹਾਡੇ ਦੁਆਰਾ ਦਿੱਤੀ ਗਈ ਪ੍ਰੀਖਿਆ ਵਿੱਚ ਗ੍ਰੇਡ ਦੇਣੇ ਹੋਣ ਤਾਂ ਉਹ ਕਿਸ ਵਿੱਚ ਜ਼ਿਆਦਾ ਰੁਚੀ ਰੱਖੇਗਾ? ਕੁਐਸਚਨ ਨੰਬਰ 28, ਜੇਕਰ ਜੀਨ ਪਿਆਜੇ ਨੇ ਤੁਹਾਡੇ ਦੁਆਰਾ ਦਿੱਤੀ ਗਈ ਪ੍ਰੀਖਿਆ ਵਿੱਚ ਗ੍ਰੇਡ ਦੇਣੇ ਹੋਣ ਤਾਂ ਉਹ ਕਿਸ ਵਿੱਚ ਜ਼ਿਆਦਾ ਰੁਚੀ ਰੱਖੇਗਾ? ऑप्शन नंबर ए ਕੀ ਤੁਸੀਂ ਆਪਣੇ ਸਾਰੇ ਉੱਤਰ ਠੀਕ ਲਿਖੇ ਹਨ? ऑप्शन नंबर बी ਤੁਹਾਡਾ ਪ੍ਰੀਖਿਆ ਬਾਰੇ ਕੀ ਵਿਚਾਰ ਹੈ? ऑप्शन नंबर सी ਤੁਸੀਂ ਆਪਣੇ ਉੱਤਰ ਕਿਵੇਂ ਦਿੱਤੇ? ऑप्शन नंबर डी ਕੀ ਤੁਸੀਂ ਪ੍ਰੀਖਿਆ ਤੋਂ ਪਹਿਲਾਂ ਚੰਗੀ ਤਰ੍ਹਾਂ ਪੜ੍ਹਾਈ ਕੀਤੀ? ਇਹਦਾ ਆਨਸਰ ਕੀ ਹੋਵੇਗਾ? ऑप्शन नंबर सी ਤੁਸੀਂ ਆਪਣੇ ਉੱਤਰ ਕਿਵੇਂ ਦਿੱਤੇ? सो नेक्स्ट क्वेश्चन, क्वेश्चन नंबर 29,
विकासात्मक शब्दावली अनुसार PQ ਦਾ ਭਾਵ है। ठीक है, विकासात्मक शब्दावली अनुसार PQ ਦਾ ਭਾਵ है नंबर A डाउन सिंड्रोम, नंबर B एक हेरेडिटरी एंजाइम दी घाट, नंबर C माइक्रोसेफली, नंबर D क्रेटिनिज्म, नंबर A डाउन सिंड्रोम, एक हेरेडिटरी एंजाइम दी घाट, माइक्रोसेफले, नंबर D कैरेटिनिज्म। जिहड़ी विकासवादी शब्दावली जिहड़ी PQ तो की भाव है, की फुल फॉर्म होवेगी इहदी, साडा आंसर की होवेगा ऑप्शन नंबर B, ऑप्शन नंबर B, ऑप्शन नंबर B। क्वेश्चन नंबर 30, बच्चे दा उपरला हिस्सा हेठले हिस्से नालों जल्दी विकसित हुंदा है, इस नूं की कहंदे हन? बच्चे दा उपरला हिस्सा हेठले हिस्से नालों जल्दी विकसित हुंदा है, इस नूं की कहंदे हन? इस नूं की कहंदे हन? ऑप्शन नंबर B सिफेलोकॉडल, इनू की कहंदे आ? सिफेलोकॉडल। सो साडे 30 क्वेश्चन सीगे जिहड़े CDP नाल रिलेटेड सीगे, MCQ सीगे। हुण नैक्सट 31 तो लैके 60 तक जिहड़े हैगे वो हैगे पंजाबी भाषा दे। सो उन्हां नूं देखदे हां। इस विच की एक वार्तक टुकड़ी दित्ती हुई है। की कहंदे आ कि हेठां दित्ती वार्तक टुकड़ी नूं पढ़ो अते हेठां दित्ते प्रश्नां दे उत्तर दिओ। 31 तो लैके 37 तक इन्हां ने क्वेश्चन दित्ते हुए आ जो कि इस पैराग्राफ विच हन। इस पैराग्राफ विच की है, जिथे जिंदगी दियां कीमतां सख्शी हन उथे हर कोई अपने ही सुख अते नीज लई जीवी जांदा है। इस लई हर कोई रिश्वतां दे के काम कड्ढण, धोखे देण, घट तोलण, खोटा वेचण, चोरियां करन अते बेवफा होण लई कदम कदम उत्ते प्रेरिया जांदा है। ਇਹ ਸਾਰੇ ਕੰਮ ਲਾਭਦਾਇਕ ਹਨ। ਇਹਨਾਂ ਤੋਂ ਬਚ ਕੇ ਰਹਿਣਾ ਲਾਸਾਨੀ ਗੁਣ ਗਿਣਿਆ ਜਾਂਦਾ ਹੈ। ਚੋਰੀ, ਠੱਗੀ, ਬੇਵਫਾਈ ਸਭ ਸਾਡੇ ਧਨ ਵਿੱਚ ਵਾਧਾ ਕਰਦੇ ਹਨ ਤੇ ਧਨ ਨਿਹਕਲੰਕ ਮੰਨਿਆ ਜਾਂਦਾ ਹੈ। ਪਰ ਇਹਨਾਂ ਕਦਰਾਂ ਦਾ ਸਿੱਟਾ ਇਹ ਹੁੰਦਾ ਹੈ ਕਿ ਜ਼ਿੰਦਗੀ ਦੀਆਂ ਉਹ ਰੁਚੀਆਂ ਜਿਹੜੀਆਂ ਸੱਭਿਆਚਾਰ ਦੀਆਂ ਨੀਹਾਂ ਹਨ ਅਸਲ ਵਿੱਚ ਅਮਲ ਵਿੱਚ ਲਿਖਿਆ ਹੋਇਆ ਅਸਲ ਵਿੱਚ ਨਹੀਂ ਆਉਂਦੀ ਅਮਲ ਵਿੱਚ ਨਹੀਂ ਆਉਂਦੀਆਂ ਅਮਲ ਵਿੱਚ ਨਹੀਂ ਆਉਂਦੀਆਂ। ਦੋਸਤੀ ਪਿਆਰ ਸਦਕੇ ਜਾਣ ਦੂਜੇ ਦੀ ਖੁਸ਼ੀ ਦੇ ਖਿਆਲ ਤੋਂ ਮਨੁੱਖੀ ਰੂਹ ਵਾਂਝੀ ਰਹਿੰਦੀ ਹੈ ਤੇ ਉਹਦੇ ਡੂੰਘੇ ਸੋਮੇ ਰਵਾ ਨਹੀਂ ਹੁੰਦੇ। ਜ਼ਿੰਦਗੀ ਦਾ ਚਸ਼ਮਾ ਡੱਕੋ ਡੱਕ ਨਹੀਂ ਭਰਦਾ। ਇਸ ਕਰਕੇ ਭਰਪੂਰਤਾ ਦੀ ਤਾਂਘ ਮਨੁੱਖੀ ਹਿਰਦੇ ਵਿੱਚ ਸਦਾ ਤੜਫਦੀ ਰਹਿੰਦੀ ਹੈ ਤੇ ਮਨੁੱਖ ਅੱਕੀ ਪਲਾਹੀ ਹੱਥ ਮਾਰਦਾ ਆਪਣੀ ਚੂਲੋਂ ਉਖੜਿਆ ਰਹਿੰਦਾ ਹੈ ਤੇ ਆਸਮਾਨੀ ਕਵੀਆਂ ਨਾਲ ਧੁੱਪ ਤੇ ਪੱਤਾ ਪੱਤਾ ਨਿਖਰਨ ਦੇ ਸਵਾਦ ਲਈ ਕਰਾਰ ਰਹਿੰਦਾ ਹੈ ਤੇ ਜਦੋਂ
ਨਿਵੇਕਲਤਾ ਦੀਆਂ ਉਜਾੜਾਂ ਵਿੱਚ ਲੰਘ ਕੇ ਮਨੁੱਖਤਾ ਮਿਲਵਰਤਨ ਤੇ ਚਮਨਾ ਵਿੱਚ ਪੁੱਜ ਜਾਂਦੀ ਹੈ, ਉਦੋਂ ਮਨੁੱਖੀ ਰਿਸ਼ਤਿਆਂ ਵਿੱਚ ਵਾਧੇ ਦਾ ਕੋਈ ਅੰਤ ਨਹੀਂ ਰਹਿੰਦਾ। ਨਿਤ ਨਵੇਂ ਜੀਵਨ ਸੋਮੇ ਫੁੱਟਦੇ, ਜੀਵਨ ਪਾਣੀਆਂ ਦੀਆਂ ਤਹਿਆਂ ਵਿੱਚ ਮੋਤੀ ਉੱਭਰ ਆਉਂਦੇ ਹਨ। ਜ਼ਿੰਦਗੀ ਆਪਣੀਆਂ ਜਾਦੂ ਤੰਦਾਂ ਨਾਲ ਸਾਰੀ ਮਨੁੱਖਤਾ ਨੂੰ ਜੋੜ ਦਿੰਦੀ ਹੈ। ਜਿੰਨਾ ਵਿਸ਼ਾਲ ਇਹ ਜੋੜ ਮੇਲ, ਉਨਾ ਹੀ ਡੂੰਘਾ ਲੋਕਾਂ ਦਾ ਆਚਾਰ। ਠੀਕ ਹੈ, ਇਹਨਾਂ ਲਾਈਨਾਂ ਨੂੰ, ਇਸ ਪੈਰਾਗ੍ਰਾਫ ਨੂੰ ਰੀਡ ਕਰ ਲਿਆ। ਕਰਨ ਤੋਂ ਬਾਅਦ ਇਹਨਾਂ ਦੇ ਜਿਹੜੇ MCQ ਦਿੱਤੇ ਹਨ ਉਹ ਉਹਨਾਂ ਨੂੰ ਦੇਖਦੇ ਹਾਂ। ਕੁਐਸਚਨ ਨੰਬਰ 31, ਜਿੱਥੇ ਜ਼ਿੰਦਗੀ ਦੀਆਂ ਕੀਮਤਾਂ ਸ਼ਖਸੀ ਹਨ, ਉੱਥੇ ਹਰ ਕੋਈ ਕੀ ਕਰਦਾ ਹੈ? ਉੱਥੇ ਹਰ ਕੋਈ ਕੀ ਕਰਦਾ ਹੈ? ਨੰਬਰ 1, ਰਿਸ਼ਵਤ ਦੇ ਕੇ ਕੰਮ ਕਢਾਉਂਦਾ ਹੈ। ਧੋਖੇ ਦੇਣ, ਘੱਟ ਤੋਲਣ ਲਈ ਪ੍ਰੇਰਿਆ ਜਾਂਦਾ ਹੈ। ਖੋਟਾ ਵੇਚਣ ਤੇ ਚੋਰੀਆਂ ਕਰਨ ਲਈ ਪ੍ਰੇਰਨਾ ਲੈਂਦਾ ਹੈ। ਉਪਰੋਕਤ ਸਾਰੇ ਹੀ। ਸੋ ਸਾਡਾ ਆਨਸਰ ਕੀ ਹੋਵੇਗਾ 31 ਦਾ? ਸੋ ਇਹ ਜਿਹੜੀਆਂ ਸਾਰੇ ਅਸੀਂ ਆਪਸ਼ਨ ਪੜ੍ਹੇ ਆ, A ਤੋਂ ਲੈ ਕੇ C ਤੱਕ, ਇਹ ਸਾਰੇ ਆਪਸ਼ਨ ਅਸੀਂ ਪੈਰਾਗ੍ਰਾਫ ਤੇ ਪੜ੍ਹੇ ਹਨ। ਸੋ ਸਾਡਾ ਆਨਸਰ ਕੀ ਹੋਵੇਗਾ? ਉਪਰੋਕਤ ਸਾਰੇ। ਆਪਸ਼ਨ ਨੰਬਰ D। ਆਪਸ਼ਨ ਨੰਬਰ D। क्वेश्चन नंबर, उपरोक्त पैरे दा ढुकवां सिरलेख की हो सकता है? उपरोक्त पैरे दा ढुकवां सिरलेख की हो सकता है? ऑप्शन नंबर A, जिंदगी दियां कीमतां दा सच, जिंदगी दा रहस, जीवन दियां रुचियां, जीवन सोमे। सो 32 दा आंसर की होवेगा? 32 ਦਾ ਆਨਸਰ ਕੀ ਹੋਵੇਗਾ? ਆਪਸ਼ਨ ਨੰਬਰ A, ਜ਼ਿੰਦਗੀ ਦੀਆਂ ਕੀਮਤਾਂ ਦਾ ਸੱਚ। ਠੀਕ ਹੈ, ਜ਼ਿੰਦਗੀ ਦੀਆਂ ਕੀਮਤਾਂ ਬਾਰੇ ਹੀ ਦੱਸਿਆ ਗਿਆ ਹੈ, ਜ਼ਿੰਦਗੀ ਬਾਰੇ ਹੀ ਦੱਸਿਆ ਗਿਆ ਹੈ। ਸੋ ਜ਼ਿੰਦਗੀ ਦੀਆਂ ਕੀਮਤਾਂ ਦਾ ਸੱਚ 32 ਦਾ ਸਾਡਾ ਰਾਈਟ ਆਨਸਰ ਹੋਵੇਗਾ। ਕੁਐਸਚਨ ਨੰਬਰ 33, ਇਸ ਪੈਰੇ ਵਿੱਚ ਦੋਹਰੁਕਤੀ ਸਮਾਸ ਕਿਹੜਾ ਹੈ? इस पैरे विच दोहरुक्ति समास किहड़ा है? नंबर A, ऑप्शन नंबर A, जीवन सोमे। ऑप्शन B, बेवफाई। ऑप्शन C, पत्ता पत्ता। ऑप्शन D, इन्हां विचों कोई नहीं। सो राइट आंसर की होवेगा? ऑप्शन नंबर C, पत्ता पत्ता। ऑप्शन नंबर C, पत्ता पत्ता। क्वेश्चन नंबर 34, ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਉਰਦੂ ਭਾਸ਼ਾ ਦਾ ਨਹੀਂ ਹੈ? ਕਿਹੜਾ ਸ਼ਬਦ ਉਰਦੂ ਭਾਸ਼ਾ ਦਾ ਨਹੀਂ ਹੈ? ਲਾਸਾਨੀ, ਚਸ਼ਮਾ, ਸ਼ਖਸੀ, ਭਰਪੂਰਤਾ। ਉਰਦੂ ਭਾਸ਼ਾ ਦਾ ਕਿਹੜਾ ਨਹੀਂ ਹੈ? ਆਪਸ਼ਨ ਨੰਬਰ D, ਭਰਪੂਰਤਾ। ਇਹ ਉਰਦੂ ਭਾਸ਼ਾ ਦਾ ਸ਼ਬਦ ਨਹੀਂ ਹੈ। ਨੈਕਸਟ ਕੁਐਸਚਨ 35, ਮਿਲਣ ਵਰਤਨ ਸ਼ਬਦ ਦਾ ਪਿਛੇਤਰ ਕਿਹੜਾ ਹੈ? ਮਿਲ ਵਰਤਨ ਦਾ ਸ਼ਬਦ ਦਾ ਪਿਛੇਤਰ ਕਿਹੜਾ ਹੈ? A, ਮਿਲ। ਆਪਸ਼ਨ B, ਨਾਣਾ। ਨੰਬਰ C, ਤਣ। ਨੰਬਰ D, ਰਤਨ। ਠੀਕ ਆ, ਮਿਲ ਵਰਤਨ ਸ਼ਬਦ ਦਾ ਪਿਛੇਤਰ ਕਿਹੜਾ ਹੈ? ਮਿਲ ਵਰਤਨ ਦਾ ਪਿਛੇਤਰ ਕਿਹੜਾ ਹੈ? ਰਾਈਟ ਆਨਸਰ ਕੀ ਹੋਵੇਗਾ? ਆਪਸ਼ਨ ਨੰਬਰ B। ਆਪਸ਼ਨ ਨੰਬਰ B। 36, ਮਨੁੱਖੀ ਰਿਸ਼ਤਿਆਂ ਵਿੱਚ ਵਾਧੇ ਦਾ ਕੋਈ ਅੰਤ ਨਹੀਂ ਰਹਿੰਦਾ ਜਦੋਂ। ਆਪਸ਼ਨ A, ਮਨੁੱਖ ਹੋਰਾਂ ਬਾਰੇ ਘੱਟ ਸੋਚਦਾ ਹੈ। ਮਨੁੱਖਤਾ ਮਿਲਵਰਤਨ ਦੇ ਚਮਨਾਂ ਵਿੱਚ ਪੁੱਜ ਜਾਂਦੀ ਹੈ। ਮਨੁੱਖੀ ਸ਼ਖਸੀ ਕੀਮਤਾਂ ਤੱਕ ਸੀਮਤ ਰਹਿੰਦਾ ਹੈ। ਇਹਨਾਂ ਵਿੱਚੋਂ ਕੋਈ ਨਹੀਂ। 36 ਦਾ ਆਨਸਰ ਕੀ ਹੋਵੇਗਾ? ਆਪਸ਼ਨ ਨੰਬਰ B।
सो नैक्सट क्वेश्चन देखते हैं, क्वेश्चन नंबर 37। ਲੇਖਕ ਅਨੁਸਾਰ ਲੋਕਾਂ ਦੇ ਆਚਾਰ ਦੀ ਡੂੰਘਾਈ ਕਿਸ ਚੀਜ਼ 'ਤੇ ਨਿਰਭਰ ਕਰਦੀ ਹੈ? ਲੇਖਕ ਅਨੁਸਾਰ ਲੋਕਾਂ ਦੇ ਆਚਾਰ ਦੀ ਡੂੰਘਾਈ ਕਿਸ ਚੀਜ਼ 'ਤੇ ਨਿਰਭਰ ਕਰਦੀ ਹੈ? ਆਪਸ਼ਨ ਨੰਬਰ ਏ ਮਨੁੱਖ ਦਾ ਸੰਘਰਸ਼, ਨੰਬਰ ਬੀ ਮਨੁੱਖੀ ਰਿਸ਼ਤਿਆਂ ਦਾ ਜੋੜ ਮੇਲ, ਨੰਬਰ ਸੀ ਮਨੁੱਖ ਦੀ ਨਫ਼ਰਤ, ਨੰਬਰ ਡੀ ਇਹਨਾਂ ਵਿੱਚੋਂ ਕੋਈ ਨਹੀਂ। ਸੋ ਰਾਈਟ ਆਨਸਰ ਕੀ ਹੋਵੇਗਾ? ਆਪਸ਼ਨ ਨੰਬਰ ਬੀ ਮਨੁੱਖੀ ਰਿਸ਼ਤਿਆਂ ਦਾ ਜੋੜ ਮੇਲ। ਮਨੁੱਖੀ ਰਿਸ਼ਤਿਆਂ ਦਾ ਜੋੜ ਮੇਲ। ਨੈਕਸਟ ਕੀ ਕਹਿੰਦੇ ਆ ਕਿ ਹੇਠਾਂ ਦਿੱਤੇ ਕਾਵਿ ਟੁਕੜੇ ਦਾ ਅਧਿਐਨ ਕਰਕੇ ਸਵਾਲਾਂ ਦੇ ਜਵਾਬ ਦਿਓ। ਪ੍ਰਸ਼ਨ ਨੰਬਰ ਜਿਹੜੇ ਹੈਗੇ 38 ਤੋਂ ਲੈ ਕੇ 45 ਤੱਕ, ਪ੍ਰਸ਼ਨ 38 ਤੋਂ 45 ਤੱਕ ਜਿਹੜੇ ਹੈਗੇ ਇਹਨਾਂ ਜਿਹੜੀਆਂ ਕਾਵਿ ਸਤਰਾਂ ਜਿਹੜੇ ਦਿੱਤੇ ਗਈਆਂ ਹਨ ਉਹਨਾਂ ਨੂੰ ਪੜ੍ਹ ਕੇ ਉਹਨਾਂ ਦੇ ਆਨਸਰ ਦੇਣੇ ਆ। ਇਹ ਵਾਲਾ ਅਸੀਂ ਪ੍ਰੀਵੀਅਸ ਵੀਡੀਓ ਦੇ ਵਿੱਚ ਵੀ ਕੀਤਾ ਸੀਗਾ। ਸੁਪਨੇ ਵਿੱਚ ਮਿਲੇ ਅਸਾਨੂੰ, ਸੁਪਨੇ ਵਿੱਚ ਮਿਲੇ ਅਸਾਨੂੰ ਅਸਾਂ ਧਾਕਲ ਵਕੜੀ ਪਾਈ, ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ, ਤਾਂ ਝਰਨਾ ਤੇ ਸੀਸ ਨਿਵਾਇਆ, ਸਾਡੇ ਮੱਥੇ ਸ਼ੋ ਨਾ ਪਾਈ, ਤੁਸੀਂ ਉੱਚੇ ਅਸੀਂ ਨੀਵੇਂ ਸਾਂ, ਸਾਡੀ ਪੇਸ਼ ਨਾ ਗਈਆਂ ਕਾਈ, ਫਿਰ ਲੜ ਫੜਨੇ ਨੂੰ ਉੱਠ ਦੌੜੇ, ਪਰ ਲੜੋ ਬਿਜਲੀ ਲਹਿਰਾਂ, ਉੱਡਦਾ ਜਾਂਦਾ ਪਰ ਉਹ ਆਪਣੀ ਇੱਕ ਛੂ ਸਾਨੂੰ ਗਿਆ ਲਾਈ। ਠੀਕ ਆ, ਸੋ ਇਹ ਲਾਈਨਾਂ ਸੀਗੀਆਂ, ਇਹਨਾਂ ਨੂੰ ਚੰਗੀ ਤਰ੍ਹਾਂ ਪੜ੍ਹਨਾ। ਜਿੱਦਾਂ ਕਿ ਪੈਰਾਗ੍ਰਾਫ ਵੀ ਆਇਆ ਸੀ ਉਹਨੂੰ ਵੀ ਚੰਗੀ ਤਰ੍ਹਾਂ ਪੜ੍ਹਨ ਤੋਂ ਬਾਅਦ ਉਹਨਾਂ ਦੇ ਅਰਥ ਨੂੰ ਸਮਝ ਕੇ ਸਾਰੇ ਜਿਹੜੇ ਆਨਸਰਸ ਹੈ ਕਰੈਕਟ ਆਪਸ਼ਨ ਨੂੰ ਚੂਜ਼ ਕਰਨਾ। ਸੋ ਇਹਦੇ ਕੁਐਸਚਨ ਦੇਖਦੇ ਹਾਂ ਕਿਹੜੇ ਕਿਹੜੇ ਹੈ। ਚਾਰ ਲਾਈਨਾਂ ਇੱਥੇ ਵੀ ਆ। ਮਿੱਟੀ ਚਮਕ ਪਈ ਏ ਮੋਈ, ਤੇ ਤੁਸੀਂ ਲੂਹਾਂ ਵਿੱਚ ਲਿਸ਼ਕੇ, ਬਿਜਲੀ ਕੂਕ ਗਈ ਥਰਥਰਾਂਦੀ, ਹੁਣ ਚਕਾਚੁੰਦ ਹੈ ਸ਼ਾਈ। ਠੀਕ ਆ, ਹੁਣ ਚਕਾਚੁੰਦ ਹੈ ਸ਼ਾਈ। ਸੋ ਕੁਐਸਚਨ ਨੰਬਰ 38, ਇਸ ਕਵਿਤਾ ਵਿੱਚ ਕਿਸ ਥੀਮ ਦੀ ਪੇਸ਼ਕਾਰੀ ਹੋਈ ਹੈ? ਇਸ ਕਵਿਤਾ ਵਿੱਚ ਕਿਸ ਥੀਮ ਦੀ ਪੇਸ਼ਕਾਰੀ ਹੋਈ ਹੈ? ਸੋ ਸਾਡਾ ਰਾਈਟ ਆਨਸਰ ਕੀ ਹੋਵੇਗਾ? ਆਪਸ਼ਨ ਨੰਬਰ ਬੀ ਅਧਿਆਤਮਕ। ਆਪਸ਼ਨ ਨੰਬਰ ਬੀ ਅਧਿਆਤਮਕ। ਕੁਐਸਚਨ ਨੰਬਰ 39, ਇਹ ਕਵਿਤਾ ਕਿਸ ਕਾਵਿ ਵਿਧਾ ਨਾਲ ਸੰਬੰਧਿਤ ਹੈ? ਇਹ ਕਾਵਿ ਵਿਧਾ ਕਿਸ ਕਾਵਿ ਵਿਧਾ ਨਾਲ ਸੰਬੰਧਿਤ ਹੈ ਇਹ ਕਵਿਤਾ? ਆਨਸਰ ਕੀ ਹੋਵੇਗਾ? ਆਪਸ਼ਨ ਨੰਬਰ ਬੀ ਪ੍ਰਗੀਤਕ। ਪ੍ਰਗੀਤਕ ਕਾਵਿ ਵਿਧਾ ਨਾਲ ਸੰਬੰਧਿਤ ਹੈ। ਨੈਕਸਟ ਕੁਐਸਚਨ ਨੰਬਰ 40, ਮਿੱਟੀ ਚਮਕ ਪਈ ਇਹ ਮੋਈ ਤੋਂ ਕੀ ਭਾਵ ਹੈ? ਮਿੱਟੀ ਚਮਕ ਪਈ ਇਹ ਮੋਈ ਤੋਂ ਕੀ ਭਾਵ ਹੈ? ਆਪਸ਼ਨ ਨੰਬਰ ਡੀ ਸਰੀਰ ਵਿੱਚ ਹਰਕਤ ਆਉਣੀ। ਠੀਕ ਆ, ਮਿੱਟੀ ਚਮਕ ਪਈ ਇਹ ਮੋਈ ਤੋਂ ਭਾਵ ਹੈ ਸਰੀਰ ਵਿੱਚ ਹਰਕਤ ਹੋਣੀ, ਸਰੀਰ ਦੀ ਹਿਲਜੁਲ ਹੋਣੀ। ਸੋ ਨੈਕਸਟ ਕੁਐਸਚਨ ਕੁਐਸਚਨ ਨੰਬਰ 41, ਲੂਆਂ ਤੋਂ ਕੀ ਭਾਵ ਹੈ? ਲੂਆਂ ਤੋਂ ਕੀ ਭਾਵ ਹੈ? ਆਪਸ਼ਨ ਨੰਬਰ ਬੀ ਰੋਮ ਰੋਮ। ਆਪਸ਼ਨ ਨੰਬਰ ਬੀ ਰੋਮ ਰੋਮ। ਕੁਐਸਚਨ ਨੰਬਰ 42, ਇਹ ਕਵਿਤਾ ਕਿਸ ਕਵੀ ਦੀ ਰਚਨਾ ਹੈ? ਇਹ ਕਵਿਤਾ ਕਿਸ ਕਵੀ ਦੀ ਰਚਨਾ ਹੈ? ਸੋ ਸਾਡਾ ਰਾਈਟ ਆਨਸਰ ਕੀ ਹੋਵੇਗਾ? ਆਪਸ਼ਨ ਨੰਬਰ ਸੀ ਭਾਈ ਵੀਰ ਸਿੰਘ। ਆਪਸ਼ਨ ਨੰਬਰ ਸੀ ਭਾਈ ਵੀਰ ਸਿੰਘ।
क्वेश्चन नंबर 43 ਇਹ ਕਵਿਤਾ ਵਿੱਚ ਕਵੀ ਦੀ ਕਿਸ ਇੱਛਾ ਪੂਰਤੀ ਨੂੰ ਦਰਸਾਇਆ ਗਿਆ ਹੈ। ਇਹ ਕਵਿਤਾ ਵਿੱਚ ਕਵੀ ਦੀ ਕਿਸ ਇੱਛਾ ਪੂਰਤੀ ਨੂੰ ਦਰਸਾਇਆ ਗਿਆ ਹੈ। ਪ੍ਰਭੂ ਲਗਨ, ਪ੍ਰਭੂ ਮਿਲਾਪ, ਪ੍ਰੇਮੀ ਮਿਲਾਪ, ਪਦਾਰਥਕ ਸੁਖ। ਰਾਈਟ ਆਂਸਰ ਕੀ ਹੋਵੇਗਾ? ਪ੍ਰਭੂ ਮਿਲਾਪ। ਆਪਸ਼ਨ ਨੰਬਰ ਬੀ, ਪ੍ਰਭੂ ਮਿਲਾਪ। क्वेश्चन नंबर 44 ਇਹ ਕਵਿਤਾ ਕਵੀ ਦੀ ਕਿਸ ਅਵਸਥਾ ਨੂੰ ਪੇਸ਼ ਕਰਦੀ ਹੈ। ਇਹ ਕਵਿਤਾ ਕਵੀ ਦੀ ਕਿਸ ਅਵਸਥਾ ਨੂੰ ਪੇਸ਼ ਕਰਦੀ ਹੈ। ਸੁਪਨਮਈ। ਠੀਕ ਹੈ, ਸੁਪਨੇ ਬਾਰੇ ਸਟਾਰਟਿੰਗ ਦੇ ਵਿੱਚ ਹੀ ਅਸੀਂ ਪੜ੍ਹਿਆ ਸੀ। ਠੀਕ ਆ। ਸੋ ਨੈਕਸਟ ਕੁਐਸਚਨ ਨੰਬਰ 45 ਨਿਰਾ ਨੂਰ ਤੁਸੀਂ ਹੱਥ ਨਾ ਆਏ। ਨਿਰਾ ਨੂਰ ਤੁਸੀਂ ਹੱਥ ਨਾ ਆਏ ਇਸ ਪੰਕਤੀ ਦਾ ਅਰਥ ਹੈ। ਨੰਬਰ ਏ परमात्मा अधिक है, नंबर बी परमात्मा सर्वशक्तिमान है, नंबर सी परमात्मा पहुँच तो बाहर है, नंबर डी परमात्मा प्रकाश है। निरा नूर तुसी हथ ना आए। राइट आंसर की होवेगा? ऑप्शन नंबर डी परमात्मा प्रकाश है। निरा नूर प्रकाश। ठीक है, परमात्मा प्रकाश है। ਨੈਕਸਟ ਕੁਐਸਚਨ ਗੁਰਮੁਖੀ ਲਿਪੀ ਵਿੱਚ ਪੈਰ ਵਿੱਚ ਬਿੰਦੀ ਵਾਲੇ ਵਰਨ ਕਿਹੜੀ ਭਾਸ਼ਾ ਨਾਲ ਸੰਬੰਧ ਰੱਖਦੇ ਹਨ। ਗੁਰਮੁਖੀ ਲਿਪੀ ਵਿੱਚ ਪੈਰ ਵਿੱਚ ਬਿੰਦੀ ਵਾਲੇ ਵਰਨ ਕਿਹੜੀ ਭਾਸ਼ਾ ਨਾਲ ਸੰਬੰਧ ਰੱਖਦੇ ਹਨ। ਫਾਰਸੀ ਭਾਸ਼ਾ ਨਾਲ। ਫਾਰਸੀ ਭਾਸ਼ਾ ਤੋਂ ਜਿਹੜੇ ਲਏ ਗਏ ਆ ਲਿਪੀ ਦੇ ਵਿੱਚ ਜਿਹੜੇ ਪੈਰ ਵਿੱਚ ਬਿੰਦੀ ਵਾਲੇ ਅੱਖਰ, ਜਿਹੜੀ ਗੁਰਮੁਖੀ ਲਿਪੀ ਵਿੱਚ ਲਾਸਟ ਜਿਹੜੀ ਜਿਹੜੀ ਵਰਨਮਾਲਾ ਦੇ ਵਿੱਚ ਜਿਹੜੀ ਲਾਸਟ ਵਿੱਚ ਲਾਈਨ ਆਉਂਦੀ ਆ ਜਿਹਦੇ ਥੱਲੇ ਬਿੰਦੀ ਲੱਗੀ ਹੁੰਦੀ ਹੈ ਅੱਖਰਾਂ ਦੇ ਨੀਚੇ, ਉਹ ਕਿਹੜੀ ਭਾਸ਼ਾ ਤੋਂ ਲਏ ਗਏ ਹੈ, ਕਿਹੜੀ ਭਾਸ਼ਾ ਨਾਲ ਸੰਬੰਧਿਤ ਹਨ। ਫਾਰਸੀ ਭਾਸ਼ਾ ਨਾਲ। ਫਾਰਸੀ ਭਾਸ਼ਾ ਨਾਲ। ਸੋ ਨੈਕਸਟ ਕੁਐਸਚਨ ਨੰਬਰ 47 ਭਾਸ਼ਾ ਦੀ ਸੰਚਾਰ ਪ੍ਰਕਿਰਿਆ ਦਾ ਅੰਗ ਹੈ। ਭਾਸ਼ਾ ਦੀ ਸੰਚਾਰ ਪ੍ਰਕਿਰਿਆ ਦਾ ਅੰਗ ਹੈ। ਆਪਸ਼ਨ ਨੰਬਰ ਏ ਬੋਲ, ਬੀ ਇਸ਼ਾਰਾ, ਸੀ ਹਾਵ ਭਾਵ, ਡੀ ਉਪਰੋਕਤ ਸਾਰੇ। ਇਹਦਾ ਰਾਈਟ ਆਂਸਰ ਕੀ ਹੋਵੇਗਾ? ਆਪਸ਼ਨ ਨੰਬਰ ਏ ਬੋਲ। ਨੈਕਸਟ ਕੁਐਸਚਨ ਨਾਸਿਕਤਾ ਦਾ ਧੁਨੀ ਪ੍ਰਵਰਗ ਹੈ। ਨਾਸਿਕਤਾ ਦਾ ਧੁਨੀ ਪ੍ਰਵਰਗ ਹੈ। ਆਪਸ਼ਨ ਨੰਬਰ ਏ ਅਖੰਡੀ, ਆਪਸ਼ਨ ਬੀ ਕੋਮਲ ਤਾਲਵੀ, ਨੰਬਰ ਸੀ ਖੰਡੀ, ਨੰਬਰ ਡੀ ਕੰਠੀ ਤੇ ਕੋਮਲ ਤਾਲਵੀ। ਨਾਸਿਕਤਾ ਦਾ ਧੁਨੀ ਪ੍ਰਵਰਗ ਕੀ ਹੈ? ਆਪਸ਼ਨ ਨੰਬਰ ਏ ਅਖੰਡੀ। ਅਖੰਡੀ। ਕੁਐਸਚਨ ਨੰਬਰ 49 ਵਿਆਕਰਣ ਦੀਆਂ ਹੇਠ ਲਿਖੀਆਂ ਪਰਿਭਾਸ਼ਾਵਾਂ ਵਿੱਚੋਂ ਕਿਹੜੀ ਠੀਕ ਹੈ। ਕੁਐਸਚਨ ਨੰਬਰ 49 ਵਿਆਕਰਣ ਦੀਆਂ ਹੇਠ ਲਿਖੀਆਂ ਪਰਿਭਾਸ਼ਾਵਾਂ ਵਿੱਚੋਂ ਕਿਹੜੀ ਠੀਕ ਹੈ। ਵਿਆਕਰਣ ਨੂੰ ਠੀਕ ਤਰ੍ਹਾਂ ਲਿਖਣਾ ਸਿਖਾਉਣ ਦੀ ਵਿਧੀ ਹੈ। ਵਿਆਕਰਣ ਭਾਸ਼ਾ ਦੇ ਨਿਯਮਾਂ ਦਾ ਗਿਆਨ ਹੈ ਜਿਸ ਰਾਹੀਂ ਹਰ ਕਿਸਮ ਦਾ ਸੰਚਾਰ ਠੀਕ ਢੰਗ ਨਾਲ ਕਰਨਾ ਸਿੱਖਦੇ ਹਾਂ। ਵਿਆਕਰਣ ਭਾਸ਼ਾ ਦੇ ਉਹ ਨਿਯਮ ਹਨ ਜਿਨ੍ਹਾਂ ਬਾਰੇ ਹਰ ਵਿਅਕਤੀ ਸੁਚੇਤ ਹੁੰਦਾ ਹੈ। ਵਿਆਕਰਣ ਕਿਸੇ ਭਾਸ਼ਾ ਨੂੰ ਠੀਕ ਤਰ੍ਹਾਂ ਬੋਲਣਾ ਸਿਖਾਉਂਦੀ ਹੈ। 49 ਦਾ ਆਨਸਰ ਕੀ ਹੋਵੇਗਾ ਕਿ ਵਿਆਕਰਣ ਦੀਆਂ ਜਿਹੜੀਆਂ ਹੇਠ ਲਿਖੀਆਂ ਵਿੱਚੋਂ ਪਰਿਭਾਸ਼ਾ ਕਿਹੜੀ ਠੀਕ ਹੈ। ਸੋ ਇਹਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਬੀ। ਵਿਆਕਰਣ ਭਾਸ਼ਾ ਦੇ ਨਿਯਮਾਂ ਦਾ ਗਿਆਨ ਹੈ ਜਿਸ ਰਾਹੀਂ ਹਰ ਕਿਸਮ ਦਾ ਸੰਚਾਰ ਠੀਕ ਢੰਗ ਨਾਲ ਕਰਨਾ ਸਿੱਖਦੇ ਹਾਂ। ਰਾਈਟ ਆਨਸਰ ਕੀ ਹੋਇਆ ਸਾਡਾ? ਆਪਸ਼ਨ ਨੰਬਰ ਬੀ। ਕੁਐਸਚਨ ਨੰਬਰ 50 ਵਿਚਾਰ ਆਤਮਾ ਦੀ ਮੂਲ ਆਵਾਜ਼ ਹੈ ਪਰੰਤੂ ਜਦੋਂ ਇਹੋ ਹੀ ਧੁਨੀ ਆਤਮਿਕ ਹੋ ਕੇ ਬੁੱਲ੍ਹਾਂ ਉੱਪਰ ਪ੍ਰਗਟ ਹੁੰਦੀ ਹੈ ਤਾਂ ਇਸ ਨੂੰ ਭਾਸ਼ਾ ਦਾ ਨਾਂ ਦਿੱਤਾ ਜਾਂਦਾ ਹੈ। ਇਹ ਪਰਿਭਾਸ਼ਾ ਕਿਸ ਭਾਸ਼ਾ ਵਿਗਿਆਨੀ ਦੁਆਰਾ ਦਿੱਤੀ ਗਈ ਹੈ। ਇਹ ਪਰਿਭਾਸ਼ਾ ਕਿਸ ਵਿਅਕਤੀ ਉਹਦੇ ਵਿਗਿਆਨੀ ਦੁਆਰਾ ਦਿੱਤੀ ਗਈ ਹੈ। ਇਹ ਪਰਿਭਾਸ਼ਾ ਜਿਹੜੀ ਹੈ ਕਿਸ ਭਾਸ਼ਾ ਵਿਗਿਆਨੀ ਦੁਆਰਾ ਦਿੱਤੀ ਗਈ ਹੈ। ਸੋ ਰਾਈਟ ਆਨਸਰ ਹੈ ਆਪਸ਼ਨ ਨੰਬਰ ਬੀ ਪਲੇਟੋ।
राइट आंसर है प्लेटो। नेक्स्ट क्वेश्चन 51, उचारण ਸਥਾਨ ਦੇ ਪੱਖੋਂ ਅੰਗਾਂ ਅਤੇ ਨਈਆਂ ਧੁਨੀਆਂ ਦੇ ਕ੍ਰਮਵਾਰ ਲੱਛਣ ਕਿਹੜੇ ਹਨ? ਨੰਬਰ A ਕੰਠੀ ਅਤੇ ਦੰਤੀ, ਤਾਲਵੀ ਅਤੇ ਕੰਠੀ, ਕੰਠੀ ਅਤੇ ਤਾਲਵੀ, ਤਾਲਵੀ ਅਤੇ ਦੰਤੀ। ਠੀਕ ਆ, ਇਹਨਾਂ ਵਿੱਚੋਂ ਰਾਈਟ ਆਂਸਰ ਕੀ ਹੋਵੇਗਾ? ऑप्शन नंबर सी अंगा ਅਤੇ ਜਿਹੜਾ ਨਈਆਂ ਆ ਧੁਨੀਆਂ ਦੇ ਜਿਹੜੇ ਕ੍ਰਮਵਾਰ ਲੱਛਣ ਹਨ ਕਿਹੜੇ ਉਚਾਰ ਸਥਾਨ ਤੋਂ ਦੇ ਪੱਖ ਤੋਂ ਹਨ? ਕੰਠੀ ਤੇ ਤਾਲਵੀ। ਕੁਐਸਚਨ ਨੰਬਰ 52, ਦੀਰਘ ਪਾਠ ਯੋਜਨਾ ਵੱਡੀ ਹੁੰਦੀ ਹੈ। ਦੀਰਘ ਪਾਠ ਯੋਜਨਾ ਵੱਡੀ ਹੁੰਦੀ ਹੈ। ऑप्शन नंबर A सूक्ष्म पाठ योजना तो, ऑप्शन B संक्षेप पाठ योजना तो, नंबर C विस्तृत पाठ योजना तो, नंबर D दैनिक योजना तो। दीर्घ पाठ योजना ਵੱਡੀ ਹੁੰਦੀ ਹੈ। ਰਾਈਟ ਆਨਸਰ ਕੀ ਹੋਵੇਗਾ? ऑप्शन नंबर A ਜਿਹੜੀ ਦੀਰਘ ਪਾਠ ਯੋਜਨਾ ਆ ਸੂਖਮ ਪਾਠ ਤੋਂ ਵੱਡੀ ਹੁੰਦੀ ਹੈ। ਸੂਖਮ ਪਾਠ ਯੋਜਨਾ ਤੋਂ ਵੱਡੀ ਹੁੰਦੀ ਹੈ। ਸੋ ਨੈਕਸਟ ਕੁਐਸਚਨ, ਭਾਸ਼ਾ ਸਿੱਖਣ ਦੇ ਸੁਭਾਵਿਕਤਾ ਦੇ ਸਿਧਾਂਤ ਦਾ ਆਧਾਰ ਕਿਹੜਾ ਹੈ? ऑप्शन A ਸੁਭਾਵਿਕ ਦਸ਼ਾ ਵਿੱਚ ਬੈਠ ਕੇ ਸਿੱਖਣਾ, ਸਿੱਖਣ ਨੂੰ ਆਪਣਾ ਸੁਭਾਅ ਬਣਾ ਲੈਣਾ, ਬੱਚੇ ਨੂੰ ਸੁਚੇਤ ਰੂਪ ਵਿੱਚ ਭਾਸ਼ਾ ਸਿਖਾਉਣਾ, ਭਾਸ਼ਾ ਨੂੰ ਸਿੱਖਣ ਦੀ ਸ਼ਕਤੀ ਕੁਦਰਤੀ ਹੁੰਦੀ ਹੈ। ਸੋ ਇਹਦਾ ਰਾਈਟ ਆਨਸਰ ਕੀ ਹੋਵੇਗਾ? ऑप्शन नंबर D ਜਿਹੜੀ ਭਾਸ਼ਾ ਨੂੰ ਸਿੱਖਣ ਦੀ ਸ਼ਕਤੀ ਉਹ ਕੁਦਰਤੀ ਹੁੰਦੀ ਹੈ। ਸੋ ਨੈਕਸਟ ਕੁਐਸਚਨ 54, ਹੇਠਾਂ ਲਿਖੇ ਕਥਨਾਂ ਵਿੱਚੋਂ ਕਿਹੜਾ ਠੀਕ ਹੈ? ਮਨੁੱਖ ਨੂੰ ਭਾਸ਼ਾ ਸਕੂਲ ਵਿੱਚ ਜਾ ਕੇ ਹੀ ਸਿੱਖਣੀ ਪੈਂਦੀ ਹੈ। ਮਨੁੱਖ ਭਾਸ਼ਾ ਤਾਂ ਸਿੱਖ ਜਾਂਦਾ ਹੈ ਪਰ ਹਰ ਮਨੁੱਖ ਨੂੰ ਭਾਸ਼ਾ ਦੇ ਨਿਯਮਾਂ ਦਾ ਸੁਚੇਤ ਗਿਆਨ ਨਹੀਂ ਹੁੰਦਾ। ਵਿਆਕਰਣ ਦੇ ਗਿਆਨ ਤੋਂ ਬਿਨਾਂ ਮਨੁੱਖ ਭਾਸ਼ਾ ਨੂੰ ਬੋਲਣਾ ਨਹੀਂ ਸਿੱਖ ਸਕਦਾ। ਜੋ ਬੰਦਾ ਆਪਣੀ ਮਾਤ ਭਾਸ਼ਾ ਜਾਣਦਾ ਹੁੰਦਾ ਹੈ ਉਸ ਨੂੰ ਉਸਦੇ ਨਿਯਮਾਂ ਦਾ ਵੀ ਗਿਆਨ ਹੁੰਦਾ ਹੈ। ਇਹਨਾਂ ਵਿੱਚੋਂ ਕਿਹੜਾ ਰਾਈਟ ਆਨਸਰ ਹੋਵੇਗਾ? ऑप्शन नंबर B ਮਨੁੱਖ ਭਾਸ਼ਾ ਤਾਂ ਸਿੱਖ ਜਾਂਦਾ ਹੈ ਪਰ ਹਰ ਮਨੁੱਖ ਨੂੰ ਭਾਸ਼ਾ ਦੇ ਨਿਯਮਾਂ ਦਾ ਸੁਚੇਤ ਗਿਆਨ ਨਹੀਂ ਹੁੰਦਾ। नेक्स्ट क्वेश्चन नंबर 55, इन्हां विचों किहड़ा मौखिक प्रगटा दा उद्देश हो सकता है? ऑप्शन A विद्यार्थियों अंदरली हीण भावना नूं दूर करना, विद्यार्थियों विच प्रभावशाली बोलचाल दा कौशल पैदा करना, स्वै प्रगटा दी योग्यता पैदा करना, उपरोक्त सारे ही। इन्हां विचों राइट ऑप्शन की होवेगी? ऑप्शन नंबर D ਇਹ ਕੀ ਆ? ਮੌਖਿਕ ਪ੍ਰਗਟਾ ਦੇ ਜਿਹੜੇ ਸਾਰੇ ਹੀ ਉਦੇਸ਼ ਮੰਨੇ ਜਾਂਦੇ ਆ ਤੇ ਇਹ ਸਾਡਾ ਕੀ ਹੈ? ऑप्शन नंबर D ਉਪਰੋਕਤ ਸਾਰੇ ਹੀ। 56 ਲਿੰਗੁਆ ਫੋਨ ਇੱਕ ਅਜਿਹਾ ਯੰਤਰ ਹੈ ਜਿਸ ਰਾਹੀਂ ਬੱਚਿਆਂ ਨੂੰ ਸ਼ੁੱਧ ਲਿਖਿਤ ਸਿਖਾਈ ਜਾਂਦੀ ਹੈ, ਆਮ ਭਾਸ਼ਾ ਸੁਣਾਈ ਜਾਂਦੀ ਹੈ, ਸ਼ੁੱਧ ਭਾਸ਼ਾ ਸੁਣਾਈ ਜਾਂਦੀ ਹੈ। ਇਹਨਾਂ ਵਿੱਚੋਂ ਕੋਈ ਨਹੀਂ। ਸੋ ਸਾਡਾ ਰਾਈਟ ਆਨਸਰ ਕੀ ਹੋਵੇਗਾ? ਜਿਹੜਾ ਲਿੰਗੁਆ ਫੋਨ ਹੈ, ਲਿੰਗੁਆ ਫੋਨ ਦੀ ਸਹਾਇਤਾ ਨਾਲ ਸ਼ੁੱਧ ਭਾਸ਼ਾ ਸੁਣਾਈ ਜਾਂਦੀ ਹੈ। ਲਿੰਗੁਆ ਫੋਨ ਨਾਲ ਸ਼ੁੱਧ ਭਾਸ਼ਾ ਸੁਣਾਈ ਜਾਂਦੀ ਹੈ। ਭਾਸ਼ਾ ਸਿੱਖਿਆ ਬਾਰੇ ਹੇਠ ਕਥਨਾਂ ਵਿੱਚੋਂ ਕਿਹੜਾ ਕਥਨ ਸਹੀ ਹੈ? ਠੀਕ ਹੈ। ਦੂਜੀ ਭਾਸ਼ਾ ਜਾਂ ਵਿਦੇਸ਼ੀ ਭਾਸ਼ਾ ਸਿੱਖਣ ਵਿੱਚ ਮਾਤ ਭਾਸ਼ਾ ਵਿੱਚ ਰੁਕਾਵਟ ਬਣਦੀ ਹੈ। ਜਿਸ ਨੂੰ ਮਾਤ ਭਾਸ਼ਾ ਆਉਂਦੀ ਹੈ ਉਸ ਨੂੰ ਕੋਈ ਹੋਰ ਭਾਸ਼ਾ ਸਿੱਖਣ ਦੀ ਲੋੜ ਨਹੀਂ। ਦੂਜੀ ਭਾਸ਼ਾ ਜਾਂ ਵਿਦੇਸ਼ੀ ਭਾਸ਼ਾ ਸਿੱਖਣ ਦਾ ਇੱਕੋ ਇੱਕ ਤਰੀਕਾ ਸਕੂਲ ਤੇ ਘਰ ਵਿੱਚ ਉਹੀ ਭਾਸ਼ਾ ਬੋਲਣਾ ਹੈ। ਮਾਤ ਭਾਸ਼ਾ ਠੀਕ ਤਰ੍ਹਾਂ ਨਾਲ ਸਿੱਖਣ ਉਪਰੰਤ ਹੀ ਕੋਈ ਹੋਰ ਭਾਸ਼ਾ ਠੀਕ ਤਰ੍ਹਾਂ ਨਾਲ ਸਿੱਖੀ ਜਾ ਸਕਦੀ ਹੈ।
ਭਾਸ਼ਾ ਸਿੱਖਿਆ ਬਾਰੇ ਕਿਹੜਾ ਕਥਨ ਠੀਕ ਹੈ? ਇਹਨਾਂ ਵਿੱਚੋਂ ਕਿਹੜਾ ਰਾਈਟ ਆਪਸ਼ਨ ਹੋਵੇਗਾ? क्वेश्चन नंबर 57 ऑप्शन नंबर डी, मात भाषा नूं ठीक तरह सीखण उपरंत ही कोई होर भाषा ठीक तरह नाल सीखी जा सकती है। क्वेश्चन नंबर 58 सिक्ख्या एक गतिशील किरिया है, इसलिए पाठक्रम का स्वरूप किहो जिहा होना चाहिए है। सिक्ख्या एक गतिशील किरिया है, इसलिए पाठक्रम का स्वरूप किहो जिहा होना चाहिए है। स्थाई रूप, जिस विच जल्दी तब्दीली नाल सुधार हो सके। विशाल पाठक्रम, विषय नाल संबंधित। ठीक है, 58 का राइट आंसर की होवेगा? ऑप्शन नंबर बी, जिस विच जल्दी तब्दीली नाल सुधार हो सके। जिस विच जल्दी तब्दीली नाल सुधार हो सके। सो नैक्सट क्वेश्चन 55 मूल शब्दां दे मूल नूं जानण लई किस किस्म दा शब्दकोश सहाई होवेगा? शब्दां दे मूल नूं जानण लई किस किस्म दा कोश वधेरे सहाई होवेगा? विश्वकोश, दुभाषी शब्दकोश, एक भाषी शब्दकोश, निरूपक कोश। सो इहदा राइट आंसर की होवेगा? ऑप्शन नंबर डी, निरूपक कोश। शब्दां दे मूल नूं जानण लई निरूपक कोश वधेरे सहाई होवेगा। नैक्सट क्वेश्चन भाषा विच कौशलां दी सिखलाई लई किस च सुधार होना चाहिए है? भाषा सिक्ख्या विच कौशलां दी सिखलाई लई किस विच सुधार होना चाहिए है? बोलण निपुणता, कौशलां दी सिखलाई प्रक्रिया दौरान त्रुटियां ते दोषां दा निवारण, सुनन पढ़न दोष, लिखत सुलेख। आंसर की होवेगा? ऑप्शन नंबर बी, कौशलां दी सिखलाई प्रक्रिया दौरान त्रुटियां ते दोषां दा निवारण। साडा राइट आंसर बी ऑप्शन होवेगा।